अस्सलाम वालेकुम, वेलकम टू हॉरर डिस्कशंस। फ्रेंड्स, आज मैं आपके साथ एक बहुत ही क्रीपी स्टोरी डिस्कस करने वाली हूँ और ये स्टोरी मेरे एक अंकल जो ड्राइवर हैं उन्होंने मेरे साथ शेयर की थी। और फ्रेंड्स, ये स्टोरी मैं आज आपको बिल्कुल उसी वे में सुनाऊंगी जिस तरह से अंकल ने मुझे सुनाई थी, यानी अंकल की ज़ुबानी में आपको ये स्टोरी सुनाऊंगी और पंजाबी में आपको मैं आज ये स्टोरी सुनाऊंगी। तो फ्रेंड्स, अगर आपको हॉरर एंड थ्रिलिंग स्टोरी सुनना पसंद है तो अभी मेरे चैनल को सब्सक्राइब कर लीजिए, और अगर आपने मेरी पहले वाली स्टोरीज़ नहीं सुनी है तो वो भी ज़रूर सुन लीजिए और मुझे कमेंट करके ज़रूर बताइए कि आपको मेरी स्टोरीज़ कैसी लगती हैं। तो आज की स्टोरी करते हैं स्टार्ट। मेरे अम्मी अब्बू ने मेरा नाम शहबाज रखा सी ते रंग मेरा काला शाह है, जिहदी वजह तो लोग मैनू कालू कह के बुलाते ने। मैं 13-14 साल ਦਾ ਸੀ ਜਦੋਂ ਅਸੀਂ ਲਾਹੌਰ ਆਏ ਸੀ ਤੇ ਲਾਹੌਰ ਆਉਂਦੇ ਹੀ ਮੈਂ ਗੱਡੀਆਂ ਤੇ ਬੱਸਾਂ ਤੇ ਕੰਡਕਟਰੀ ਸ਼ੁਰੂ ਕਰ ਦਿੱਤੀ ਸੀ ਤੇ ਮੇਰਾ ਦਿਮਾਗ ਬੜਾ ਤੇਜ਼ ਸੀ ਤੇ ਮੈਂ ਡਰਾਈਵਰ ਨੂੰ ਵੇਖਦਾ ਸੀ ਉਹ ਕਿਵੇਂ ਗੱਡੀ ਚਲਾਉਂਦਾ ਹੈ। ਮੈਂ ਸਾਰਾ ਕੁਝ ਉਹਦੇ ਕੋਲੋਂ ਸਿੱਖਦਾ ਸੀ ਤੇ 1-2 ਸਾਲਾਂ 'ਚ ਮੈਂ ਗੱਡੀ ਚਲਾਉਣਾ ਵੀ ਸਿੱਖ ਲਈ ਸੀ ਤੇ ਹੁਣ ਮੈਂ ਡਰਾਈਵਰੀ ਸ਼ੁਰੂ ਕਰ ਦਿੱਤੀ ਤੇ ਅੱਜ ਮੈਨੂੰ ਡਰਾਈਵਰੀ ਕਰਦੇ 25-30 ਸਾਲ ਹੋ ਗਏ ਨੇ ਤੇ ਮੈਂ ਲਾਹੌਰ 'ਚ ਗੱਡੀ ਚਲਾਉਂਦਾ ਵਾਂ, ਡਰਾਈਵਰੀ ਕਰਦਾ ਵਾਂ। ਤੇ ਇਹਨਾਂ 25-30 ਸਾਲਾਂ 'ਚ ਮੈਂ ਤੁਹਾਨੂੰ ਸੱਚ ਦੱਸਾਂ, ਕੋਈ ਜਿੰਨ, ਕੋਈ ਚੜੇਲ, ਕੋਈ ਭੂਤ ਮੈਂ ਵੇਖੇ ਨੇ ਆਪਣੀ ਅੱਖਾਂ ਨਾਲ। ਤੇ ਮੈਂ ਬੜੀਆਂ ਜਗ੍ਹਾ ਤੇ ਗਿਆ ਵਾਂ ਤੇ ਮੈਂ ਬੜੇ ਜਿੰਨ ਵੀ ਵੇਖੇ ਨੇ, ਮੈਂ ਪਰੀਆਂ ਵੀ ਵੇਖੀਆਂ ਨੇ। ਤੇ ਜੇ ਮੈਂ ਤੁਹਾਨੂੰ ਸਾਰੀ ਆਪਣੀ ਸਟੋਰੀਆਂ ਸੁਣਾਉਣ ਲੱਗ ਜਾਵਾਂ ਤੁਸੀਂ ਯਕੀਨ ਨਹੀਂ ਕਰੋਗੇ ਕਿ ਤੂੰ ਇੰਨੇ ਜਿੰਨਾਂ ਦੇ ਸਾਹਮਣੇ ਕੀਤਾ ਤੇ ਫਿਰ ਵੀ ਤੂੰ ਜ਼ਿੰਦਾ ਕਿਵੇਂ ਬਚਿਆ। ਮੈਂ ਵੀ ਕਦੀ ਇਹ ਗੱਲ ਸੋਚ ਜਾਵਾਂ ਕਿ ਮੈਂ ਇੰਨੇ ਜਿੰਨ ਵੇਖੇ, ਇੰਨੇ ਖਤਰਨਾਕ ਜਿੰਨ ਵੇਖੇ, ਫਿਰ ਵੀ ਮੈਂ ਜ਼ਿੰਦਾ ਕਿਵੇਂ ਆ। ਤੇ ਮੈਨੂੰ ਲੱਗਦਾ ਸ਼ਾਇਦ ਮੇਰੀ ਕਿਸਮਤ ਚੰਗੀ ਹੋਏਗੀ। ਤੇ ਕਦੀ ਮੈਨੂੰ ਇਹ ਵੀ ਲੱਗਦਾ ਹੈ ਕਿ ਮੈਂ ਕੰਮ ਕਰਦਾ ਸੀ, ਜਦੋਂ ਵੀ ਮੈਂ ਕੋਈ ਜਿੰਨ ਵੇਖਦਾ ਸੀ ਨਾ, ਕੋਈ ਚੜੇਲ, ਕੋਈ ਪਰੀ ਵੇਖਦਾ ਸੀ, ਮੈਂ ਬਸ ਦੌੜ ਲਾ ਦਿੰਦਾ ਸੀ। ਫਿਰ ਮੈਂ ਪਿੱਛੇ ਮੁੜ ਕੇ ਨਹੀਂ ਵੇਖਣਾ, ਮੈਂ ਬਸ ਭੱਜ ਜਾਂਦਾ ਸੀ ਉੱਥੋਂ। ਤੇ ਮੈਨੂੰ ਲੱਗਦਾ ਇਹੀ ਵਜ੍ਹਾ ਹੈਗੀ ਹੈ, ਇਸ ਵਜ੍ਹਾ ਤੋਂ ਅੱਜ ਮੇਰੀ ਜਾਨ ਬਚੀ ਹੋਈ ਹੈ ਤੇ ਮੈਂ ਜ਼ਿੰਦਾ ਹੈਗਾ ਵਾਂ। ਤੇ ਕਿਸਮਤ ਵੀ ਮੇਰੀ ਚੰਗੀ ਸੀ ਤੇ ਮੈਂ ਬਚ ਜਾਂਦਾ ਸੀ। ਤੇ ਅੱਜ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਲੱਗਾ ਆਪਣੀ, ਉਹ ਕੋਈ 15-20 ਸਾਲ ਪਹਿਲੇ ਮੇਰੇ ਨਾਲ ਵਾਕਿਆ ਹੋਇਆ ਸੀ। ਤੇ ਮੈਂ ਲਾਹੌਰ 'ਚ ਗੱਡੀ ਚਲਾਉਂਦਾ ਸੀ। ਉਸ ਵਕਤ ਜਿਹੜੀ ਵੈਗਨ ਹੁੰਦੀ ਹੈ ਨਾ ਨਿੱਕੀ ਵਾਲੀ, ਮੈਂ ਉਹ ਚਲਾਉਂਦਾ ਸੀ। ਤੇ ਉਸ ਦੌਰ 'ਚ ਮੈਂ ਬੜਾ ਸ਼ੋਖਾ ਹੁੰਦਾ ਸੀ, ਬੜਾ ਫਿੱਟ ਫਾਟ ਮੈਂ ਰਹਿੰਦਾ ਸੀ, ਜਿਵੇਂ ਮੁੰਡੇ ਹੁੰਦੇ ਨੇ। ਮੈਂ ਵੀ ਮੁੰਡਾ ਜਿਹਾ ਸੀ ਤੇ ਬੜੀ ਸ਼ੋਖੀਆਂ ਮਾਰਦਾ ਸੀ ਮੈਂ। ਤੇ ਮੈਂ ਗੱਡੀ ਵੀ ਬੜੀ ਚੰਗੀ ਚਲਾਉਂਦਾ ਸੀ। ਮੈਂ ਜਿਹੜੀ ਗੱਡੀ ਫੜੀ ਸੀ ਨਾ, ਉਹਦੀ ਰਾਤ ਦੀ ਡਿਊਟੀ ਸੀ ਤੇ ਮੈਂ ਰਾਤ ਨੂੰ ਨਾ ਉਹ ਗੱਡੀ ਚਲਾਉਂਦਾ ਸੀ ਮੁਲਤਾਨ ਰੋਡ 'ਤੇ, ਕਦੀ ਸਮਨਾਬਾਦ, ਕਦੀ 80 ਫੁੱਟ ਰੋਡ, ਇਹ ਸਾਰੇ ਰੂਟ ਮੇਰੇ ਸੀ ਤੇ ਮੈਂ ਇੱਥੇ ਗੱਡੀ ਚਲਾਉਂਦਾ ਸੀ। ਹੁਣ ਮੈਂ ਦਿਨ ਨੂੰ 2 ਵਜੇ ਸਟਾਰਟ ਕਰਦਾ ਸੀ ਗੱਡੀ ਚਲਾਉਣ ਤੇ ਮੈਂ ਰਾਤੀ 2 ਵਜੇ ਤੱਕ ਗੱਡੀ ਚਲਾਉਂਦਾ ਰਹਿੰਦਾ ਸੀ। ਤੇ ਰਹਿੰਦਾ ਸੀ ਮੈਂ ਕੁਆਟਰਾਂ ਵਿੱਚ, ਆਪਣੇ ਦੋਸਤਾਂ ਦੇ ਨਾਲ ਰਹਿੰਦਾ ਸੀ। ਤੇ ਉਸ ਦੌਰ ਵਿੱਚ ਨਾ ਰਾਤ ਨੂੰ ਸੜਕਾਂ ਬੜੀਆਂ ਸੁਨਸਾਨ ਹੋ ਜਾਂਦੀਆਂ, ਮੁਲਤਾਨ ਰੋਡ ਵੀ ਸੁਨਸਾਨ ਹੋ ਜਾਂਦਾ ਸੀ। ਜਿਵੇਂ ਹੁਣ ਹੁੰਦਾ ਨਾ ਸੜਕਾਂ 'ਚ ਟ੍ਰੈਫਿਕ ਭਰੀ ਰਹਿੰਦੀ ਏ, ਉਸ ਤਰ੍ਹਾਂ ਨਹੀਂ ਹੁੰਦਾ ਸੀ। ਉੱਤੋਂ ਰਾਤ ਨੂੰ ਸੁਨਸਾਨ 12 ਵਜੇ ਤੋਂ ਬਾਅਦ ਸੁਨਸਾਨ ਸਾਰਾ ਕੁਝ ਹੋ ਜਾਂਦੀ, ਬਸ ਥੋੜ੍ਹੀ ਬਹੁਤ ਗੱਡੀਆਂ ਵੈਗਨਾਂ ਚੱਲਦੀਆਂ ਹੁੰਦੀਆਂ ਸੀ। ਤੇ ਮੈਂ ਜਿਹੜਾ ਨਾ ਇੱਕ ਦਿਨ ਕੀ ਹੋਇਆ, ਸਵਾਰੀਆਂ ਭਰ ਲਿੱਤੀਆਂ ਵੈਗਨ ਵਿੱਚ, ਪੂਰੀ ਫੁੱਲ ਸੀ ਮੇਰੀ ਵੈਗਨ। ਤੇ ਮੈਂ ਇੱਥੇ ਮੁਲਤਾਨ ਰੋਡ 'ਤੇ ਜਾ ਰਿਹਾ ਸੀ। ਹੁਣ ਮੈਂ ਬੜੇ ਮਜ਼ੇ ਨਾਲ ਜਾ ਰਿਹਾ ਗੱਡੀ ਚਲਾ ਕੇ ਤੇ ਮੈਂ ਵੇਖਿਆ ਕਿ ਅੱਗੇ ਇੱਕ ਕੁੜੀ ਖਲੋਤੀ ਹੋਈ ਏ, ਉਹ ਤੇ ਉਹ ਮੈਨੂੰ ਰੁਕਣ ਦਾ ਇਸ਼ਾਰਾ ਕਰਦੀ ਪਈ ਏ। ਮੈਂ ਵੇਖਿਆ ਕੁੜੀ ਖਲੋਤੀ ਏ, ਗੱਡੀ ਰੋਕਦੀ ਪਈ ਏ। ਮੈਂ ਫਟਾਫਟ ਜਾ ਕੇ ਸ਼ੋਖੀ 'ਚ ਆਪਣੀ ਗੱਡੀ ਉੱਤੇ ਬ੍ਰੇਕ ਲਾਈ ਤੇ ਮੈਂ ਗੱਡੀ ਰੋਕ ਲਿੱਤੀ। ਹੁਣ ਪਿੱਛੇ ਸਵਾਰੀਆਂ ਸਾਰੀਆਂ ਪੂਰੀਆਂ ਸੀ ਤੇ ਅੱਗੇ ਜਿਹੜੀ ਸੀਟ ਸੀ ਨਾ, ਡਰਾਈਵਰ ਦੇ ਨਾਲ ਜਿਹੜੀ ਸੀਟ ਹੁੰਦੀ ਏ, ਉੱਥੇ ਮੇਰਾ ਕੰਡਕਟਰ ਬੈਠਾ ਸੀ। ਮੈਂ ਉਹਨੂੰ ਕਿਹਾ ਚੱਲ ਓਏ ਤੂੰ ਪਿੱਛੇ ਜਾ। ਮੈਂ ਅੱਗੇ ਦਰਵਾਜ਼ਾ ਖੋਲ੍ਹਾ ਤੇ ਮੈਂ ਉਸ ਕੁੜੀ ਨੂੰ ਕਿਹਾ ਆਏ ਮੈਡਮ ਬੈਠੀ। ਤੇ ਉਹ ਕੁੜੀ ਜਿਹੜੀ ਹੈਗੀ ਆ ਉਹ ਆ ਕੇ ਬਹਿ ਗਈ। ਤੇ ਜਦੋਂ ਮੈਂ ਉਹਨੂੰ ਵੇਖਿਆ, ਉਹਨੇ ਚਿੱਟੇ ਰੰਗ ਦਾ ਸੂਟ ਪਾਇਆ ਏ, ਲਾਲ ਉਹਨੇ ਸੁਰਖੀ ਲਾਈ ਏ ਤੇ ਉਹਦੇ ਲੰਬੇ ਕਾਲੇ ਬਾਲ ਖੋਲ ਕੇ ਬੈਠੀ ਏ। ਤੇ ਜਿਵੇਂ ਉਹ ਗੱਡੀ 'ਚ ਵੜੀ ਨਾ, ਖੁਸ਼ਬੂਆਂ ਫੈਲ ਗਈਆਂ ਤੇ ਮੈਂ ਬੜਾ ਫਿੱਟ ਫਾਟ ਹੋ ਕੇ ਸਿੱਧਾ ਹੋ ਕੇ ਬਹਿ ਗਿਆ, ਬੜਾ ਸ਼ੋਖਾ ਬਣ ਗਿਆ ਮੈਂ ਕੁੜੀ ਨੂੰ ਵੇਖ ਕੇ। ਤੇ ਹੁਣ ਉਸ ਦੌਰ ਵਿੱਚ ਨਾ ਮੈਂ ਬਰਾਲੁਲ ਹਕ ਦੇ ਬੜੇ ਗਾਣੇ ਸੁਣਦਾ ਸੀ। ਮੈਂ ਇੱਕ ਕੈਸਟ ਕੱਢੀ, ਮੈਂ ਕੈਸਟ ਲਾਈ ਅਤੇ ਉੱਚੀ ਆਵਾਜ਼ 'ਚ ਬਰਾਲੁਲ ਹਕ ਦੇ ਗਾਣੇ ਚਲਾ ਦਿੱਤੇ ਮੈਂ। ਤੇ ਹੁਣ ਮੈਂ ਬੜੀ ਤੇਜ਼ ਸਪੀਡ ਨਾਲ ਗੱਡੀ ਚਲਾਉਣ ਲੱਗ ਗਿਆ। ਮੈਂ ਬੜੀ ਸ਼ੋਖੀਆਂ ਮਾਰ ਕੇ ਗੱਡੀਆਂ ਚਲਾਉਂਦਾ ਪਿਆ ਵਾਂ। ਤੇ ਥੋੜੀ ਦੇਰ ਬਾਅਦ ਨਾ ਮੈਂ ਉਸ ਕੁੜੀ ਕੋਲੋਂ ਪੁੱਛਿਆ, ਮੈਡਮ ਆਪ ਕਹਾਂ ਜਾਏਂਗੀ। ਉਹ ਕੁੜੀ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਮੈਂ ਕਿਹਾ ਸ਼ਾਇਦ ਆਵਾਜ਼ ਉੱਚੀ ਹੈਗੀ, ਉਹਨੂੰ ਆਵਾਜ਼ ਨਹੀਂ ਆਈ ਹੋਏਗੀ। ਮੈਂ ਥੋੜੀ ਦੇਰ ਬਾਅਦ ਨਾ ਫਿਰ ਉਹਦੇ ਕੋਲੋਂ ਪੁੱਛਿਆ, ਮੈਡਮ ਆਪ ਕਹਾਂ ਜਾਏਂਗੀ। ਉਹਨੇ ਫਿਰ ਮੈਨੂੰ ਜਵਾਬ ਨਹੀਂ ਦਿੱਤਾ। ਤੇ ਨਾ ਮੈਂ ਇੰਝ ਕਰਕੇ ਨਾ ਹੌਲੀ ਜੀ ਐਵੇਂ ਉਹਦੇ ਪੈਰਾਂ ਵੱਲ ਵੇਖਿਆ, ਮੇਰੀ ਨਜ਼ਰ ਪਈ ਤੇ ਮੈਂ ਹੈਰਾਨ ਰਹਿ ਗਿਆ। ਉਹ ਜਿਹੜੇ ਉਹਦੇ ਪੈਰ ਸੀ ਨਾ, ਇੰਨੇ ਵੱਡੇ ਹੁੰਦੇ ਨਾਖੂਨ ਸੀ ਤੇ ਉਹਦੇ ਪੈਰ ਹੌਲੀ ਕਰਕੇ ਨਾ ਮੁੜਦੇ ਪਏ ਸੀ, ਪੁੱਠੇ ਹੁੰਦੇ ਪਏ ਸੀ। ਮੈਂ ਤੇ ਫਿਰ ਉੱਥੇ ਹੀ ਸਮਝ ਗਿਆ ਇਹ ਕੁੜੀ ਨਹੀਂ ਹੈਗੀ, ਇਹ ਤੇ ਚੜੇਲ ਹੈਗੀ ਹੈ ਜਿਹੜੀ ਆ ਕੇ ਬਹਿ ਗਈ ਮੇਰੇ ਨਾਲ। ਹੁਣ ਮੇਰੇ ਪਸੀਨੇ ਛੁੱਟਣ ਲੱਗ ਪਏ। ਮੈਂ ਕਿਹਾ ਹੁਣ ਮੈਂ ਕੀ ਕਰਾਂ। ਮੈਂ ਹੌਲੀ ਜੀ ਸਪੀਡ ਗੱਡੀ ਦੀ ਮੈਂ ਹੌਲੀ ਕੀਤੀ ਤੇ ਮੈਂ ਚੁੱਪ ਕੇ ਦੇ ਨਾਲ ਦਰਵਾਜ਼ਾ ਖੋਲ੍ਹਿਆ ਹੌਲੀ ਕਰਕੇ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਤੇ ਦਰਵਾਜ਼ਾ ਖੋਲ੍ਹਦੇ ਹੀ ਮੈਂ ਤੇ ਸਪੀਡ ਲਾਤੀ ਬਾਹਰ ਨੂੰ। ਮੈਂ ਭੱਜਿਆ ਬਾਹਰ ਤੇ ਮੈਂ ਭੱਜਦੇ ਮੈਂ ਸ਼ੋਰ ਮਚਾਤਾ, ਭੱਜੋ ਸਾਰੇ ਗੱਡੀ ਚੜੇਲ ਏ, ਭੱਜੋ ਸਾਰੇ ਗੱਡੀ ਚੜੇਲ ਏ।
ਉਹ ਜਿੰਨੀ ਪਿੱਛੇ ਸਵਾਰੀਆਂ ਸੀ ਨਾ ਉਹ ਸਾਰੀ ਪਾਗਲ ਹੋ ਗਈ। ਉਹਨਾਂ ਨੇ ਕੀ ਕੀਤਾ, ਕੋਈ ਖਿੜਕੀਆਂ ਤੋਂ ਬਾਹਰ ਛਲਾਂਗਾ ਮਾਰ ਰਿਹਾ, ਕੋਈ ਦਰਵਾਜ਼ੇ ਭੱਜ ਰਿਹਾ, ਉਹ ਸਾਰੇ ਭੱਜ ਭੁੱਜ ਗਏ। ਅਸੀਂ ਗੱਡੀ ਉੱਥੇ ਹੀ ਛੱਡੀ ਤੇ ਅਸੀਂ ਸਾਰੇ ਭੱਜ ਗਏ। ਤੇ ਮੈਂ ਤੇ ਇਹੋ ਜਿਹੀ ਦੌੜ ਲਾਈ ਨਾ ਕਿ ਮੈਂ ਪਿੱਛੇ ਮੁੜ ਕੇ ਫਿਰ ਵੇਖਿਆ ਨਹੀਂ। ਮੈਂ ਫਿਰ ਭੱਜਦਾ ਭੱਜਦਾ ਆਪਣੇ ਕੁਆਟਰ ਵਿੱਚ ਹੀ ਪਹੁੰਚਿਆ। ਕੁਆਟਰ ਵਿੱਚ ਗਿਆ ਤੇ ਮੇਰੇ ਦੋਸਤ ਨੇ ਪੁੱਛਿਆ ਕੀ ਹੋ ਗਿਆ ਕਾਲੂ, ਸਹੀ ਤੇਰੀ ਤਬੀਅਤ ਸਹੀ ਹੈ? ਮੈਂ ਕੁਛ ਨਾ ਬੋਲਿਆ, ਮੈਂ ਪਾਣੀ ਸ਼ਾਨੀ ਪੀਤਾ, ਥੋੜੀ ਦੇਰ ਮੈਂ ਲੰਮਾ ਪੈ ਗਿਆ। ਕਾਫੀ ਦੇਰ ਬਾਅਦ ਜਦੋਂ ਮੈਨੂੰ ਹੋਸ਼ ਆਈ ਫਿਰ ਮੈਂ ਆਪਣੇ ਦੋਸਤਾਂ ਨੂੰ ਦੱਸਿਆ। ਫਿਰ ਮੈਂ ਕੀ ਕੀਤਾ, ਸਭ ਤੋਂ ਪਹਿਲੇ ਮੈਂ ਫ਼ੋਨ ਫੜਿਆ ਤੇ ਜਿਹੜਾ ਗੱਡੀ ਦਾ ਮਾਲਿਕ ਸੀ ਮੈਂ ਉਹਨੂੰ ਫ਼ੋਨ ਕੀਤਾ। ਮੈਂ ਕਿਹਾ ਭਾਈ ਫਲਾਣੀ ਜਗ੍ਹਾ ਤੇ ਤੇਰੀ ਗੱਡੀ ਖਲੋਤੀ ਹੈ, ਜਾ ਕੇ ਆਪਣੀ ਗੱਡੀ ਫੜ ਲੈ, ਮੈਂ ਤੇ ਹੁਣ ਵਾਪਿਸ ਉਹ ਗੱਡੀ ਨਹੀਂ ਚਲਾਣੀ ਹੈ। ਤੇ ਫਿਰ ਉਹਨੇ ਪਤਾ ਨਹੀਂ ਕਦੋਂ ਜਾ ਕੇ ਆਪਣੀ ਗੱਡੀ ਗੁੱਡੀ ਲੈ ਲਈ, ਫੜੀ ਉੱਥੋਂ। ਤੇ ਗੱਡੀ ਦੇ ਉਂਝ ਦਰਵਾਜ਼ੇ ਦੂਜੇ ਖੁੱਲੇ ਪਏ ਸੀ, ਸ਼ੀਸ਼ੇ ਟੁੱਟੇ ਪਏ ਸੀ, ਲੋਕ ਸਾਰੇ ਭੱਜੇ ਪਏ ਸੀ। ਤੇ ਉਹ ਚੜੇਲ ਦਾ ਮੈਨੂੰ ਨਹੀਂ ਪਤਾ ਉਹ ਕਿੱਥੇ ਗਈ। ਮੈਂ ਉਹਨੂੰ ਉੱਤੇ ਗੱਡੀ ਛੱਡ ਕੇ ਭੱਜਿਆ ਸੀ ਤੇ ਫਿਰ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹ ਕਿੱਥੇ ਗਈ। ਤੇ ਫਿਰ ਇਸ ਵਾਕਿਏ ਦੇ ਬੜੇ ਦਿਨਾਂ ਤੱਕ ਨਾ ਮੈਨੂੰ ਨੀਂਦ ਹੀ ਨਹੀਂ ਆਉਂਦੀ ਸੀ, ਮੈਂ ਬੜਾ ਡਰਨ ਲੱਗ ਗਿਆ ਸੀ। ਤੇ ਫਿਰ ਮੈਂ ਜਿਹੜਾ ਰਾਤ ਦੀ ਡਿਊਟੀ ਛੱਡ ਦਿੱਤੀ ਸੀ, ਮੈਂ ਫਿਰ ਦਿਨ ਨੂੰ ਹੀ ਗੱਡੀ ਚਲਾਉਂਦਾ ਸੀ ਤੇ ਮੈਂ ਰਾਤ ਨੂੰ ਆ ਕੇ ਫਿਰ ਕੁਆਟਰ 'ਚ ਸੌਂਦਾ ਸੀ। ਮੈਂ ਫਿਰ ਤੋਬਾ ਕਰ ਲਈ, ਅੱਜ ਤੋਂ ਬਾਅਦ ਰਾਤ ਨੂੰ ਮੈਂ ਚਲਾਣੀ ਗੱਡੀ। ਹੁਣ ਜਾ ਕੇ ਜਦੋਂ ਸਾਰੀ ਰਾਤ ਨੂੰ ਟ੍ਰੈਫਿਕ ਚੱਲਦੀ ਰਹਿੰਦੀ ਹੈ, ਹੁਣ ਸਾਰਾ ਕੁਝ ਲੋਕ ਉੱਠੇ ਰਹਿੰਦੇ ਨੇ, ਹੁਣ ਮੈਂ ਰਾਤ ਨੂੰ ਗੱਡੀ ਚਲਾਉਂਦਾ ਦੁਬਾਰਾ। ਤੇ ਉਸ ਤੋਂ ਬਾਅਦ ਮੈਂ ਉਸ ਟਾਈਮ 'ਤੇ ਰਾਤ ਨੂੰ ਗੱਡੀ ਨਹੀਂ ਚਲਾਈ ਸੀ। ਤੇ ਮੇਰੇ ਕੋਲ ਨਾਲ ਹੋਰ ਵੀ ਬੜੇ ਜਿੰਨਾਂ ਵਾਲੇ ਵਾਕਿਏ ਹੋਏ ਨੇ, ਬੜੇ ਵਾਕਿਏ ਹੋਏ ਨੇ। ਤੇ ਜੇ ਤੁਹਾਨੂੰ ਇਹ ਵਾਲਾ ਮੇਰਾ ਵਾਕਿਆ ਪਸੰਦ ਆਏਗਾ, ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਤਾਂ ਕਿ ਮੈਂ ਤੁਹਾਨੂੰ ਫਿਰ ਅਗਲੀ ਵੀਡੀਓ ਵਿੱਚ ਤੁਹਾਨੂੰ ਮੈਂ ਆ ਕੇ ਆਪੇ ਇਹ ਵਾਲੇ ਸਾਰੇ ਵਾਕਿਏ ਸੁਣਾਵਾਂ ਜਿਹੜੇ ਵਾਕਿਏ भी मेरे नाल होए ने। तो बड़े बड़े ख़तरनाक वाक़े भी होने, मेरी किस्मत चंगी मैं बच गया। सो फ्रेंड्स, ये थी हमारी आज की स्टोरी जो मैंने अपने अंकल शहबाज की ज़ुबानी जिस तरह से उन्होंने मुझे सुनाई थी, मैंने सेम आपको उसी तरीके से ये कहानी सुनाने की कोशिश की है। मुझे उम्मीद है आपको ज़रूर पसंद आएगी। और अगर आपको मेरी ये स्टोरी पसंद आई है तो ज़रूर वीडियो को लाइक करें, मेरे चैनल को सब्सक्राइब करना मत भूलिएगा और मुझे कमेंट करके ज़रूर बताइएगा कि आपको मेरी ये स्टोरी कैसी लगी। और फ्रेंड्स, अगर आपके साथ भी कोई इस तरह का वाक़या हुआ है और आप चाहते हैं हमारे साथ शेयर करना, तो आप कमेंट में बताइए, मैं आपको बताऊंगी कि आप हमसे कैसे अपनी स्टोरी डिस्कस कर सकते हैं। फ्रेंड्स, अब मिलेंगे कल किसी नई स्टोरी के साथ, तब तक के लिए अल्लाह हाफिज़।